ਵੈਲਕਮ ਟੂ ਦਾ ਕਲਾਸ ਗਾਇਜ਼। ਪੋਲਿਟੀ ਦੀ ਲੈਕਚਰ ਸੀਰੀਜ਼ ਦੇ ਵਿੱਚ ਮੈਂ ਅਗਲਾ ਲੈਕਚਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹਾਂ ਤੇ ਅੱਜ ਦੇ ਆਪਣੇ ਲੈਕਚਰ ਦਾ ਟੌਪਿਕ ਹੈ ਸੈਂਟਰਲ ਕਾਉਂਸਲ ਆਫ ਮਿਨਿਸਟਰ। ਠੀਕ ਹੈ, ਤੇ ਹੁਣ ਤੱਕ ਅਸੀਂ ਕਵਰ ਕਰ ਚੁੱਕੇ ਹਾਂ ਸਾਰਾ। ਪ੍ਰੈਜ਼ੀਡੈਂਟ ਵੀ ਪੜ੍ਹ ਲਿਆ ਅਸੀਂ, ਪ੍ਰਾਈਮ ਮਿਨਿਸਟਰ ਵੀ ਪੜ੍ਹ ਲਿਆ, ਬਟ COM ਸਾਡਾ ਪੈਂਡਿੰਗ ਸੀਗਾ, ਸੈਂਟਰਲ ਕਾਉਂਸਲ ਆਫ ਮਿਨਿਸਟਰ। ਸੋ ਅੱਜ ਅਸੀਂ ਇਸ ਟੌਪਿਕ ਨੂੰ ਫਿਨਿਸ਼ ਕਰਾਂਗੇ। ਹੁੰਦਾ ਕੀ ਹੈ ਸੈਂਟਰਲ ਕਾਉਂਸਲ ਆਫ ਮਿਨਿਸਟਰ COM ਆਪਾਂ ਕਹਿੰਦੇ ਆ ਆਲ ਮਿਨਿਸਟਰਸ, ਜਿੰਨੇ ਵੀ ਮਿਨਿਸਟਰ ਹੈ ਸੈਂਟਰ ਦੇ ਲੈਵਲ ਦੇ ਉੱਤੇ, ਉਹਨਾਂ ਸਾਰਿਆਂ ਨੂੰ ਕਹਿੰਦੇ ਆ ਆਪਾਂ ਕਲੈਕਟਿਵਲੀ ਉਹਨਾਂ ਨੂੰ ਨਾਮ ਦਿੱਤਾ ਵਾ ਕਾਉਂਸਲ ਆਫ ਮਿਨਿਸਟਰਸ। ਠੀਕ ਹੈ, COM ਸਾਡੇ ਸੰਵਿਧਾਨ ਦੇ ਵਿੱਚ ਕਿਹੜੇ ਆਰਟੀਕਲਸ ਦੇ ਅੰਡਰ ਕਵਰ ਹੁੰਦਾ ਹੈ? ਆਰਟੀਕਲ 74 ਐਂਡ ਆਰਟੀਕਲ 75। ਇਹ ਦੋ ਇੰਪੋਰਟੈਂਟ ਆਰਟੀਕਲ ਨੇ ਜਿਹੜੇ COM ਦੇ ਬਾਰੇ ਗੱਲ ਕਰਦੇ ਆ ਸਾਡੇ ਸੰਵਿਧਾਨ ਦੇ ਵਿੱਚ। ਸੋ ਆਰਟੀਕਲ 74 ਡੀਲਸ ਵਿਦ ਦਾ ਸਟੇਟਸ ਆਫ COM ਤੇ ਆਰਟੀਕਲ 75 ਡੀਲਸ ਵਿਦ ਅਪੁਆਇੰਟਮੈਂਟ, ਟੈਨਿਓਰ, ਰਿਸਪੌਂਸਿਬਿਲਿਟੀ, ਕੁਆਲੀਫਿਕੇਸ਼ਨ, ਓਥ ਐਟਸੈਟਰਾ। ਬਾਕੀ ਸਾਰੀਆਂ ਚੀਜ਼ਾਂ ਕਿੱਥੇ ਲਿਖੀਆਂ ਹੋਈਆਂ ਹੈ? ਆਰਟੀਕਲ 75 ਦੇ ਵਿੱਚ। ਤੇ ਸਟੇਟਸ ਕੀ ਆ? ਸਟੇਟਸ ਕਿਹੜਾ ਡੀਲ ਕਰਦਾ ਹੈ? ਆਰਟੀਕਲ 74 ਡੀਲ ਕਰਦਾ ਹੈ COM ਦਾ ਸਟੇਟਸ ਕੀ ਹੋਣਾ ਚਾਹੀਦਾ ਹੈ। ਸੋ ਆ ਲਿਖਿਆ ਹੋਇਆ ਤੁਹਾਡੇ ਸਾਹਮਣੇ। ਆਰਟੀਕਲ 74 ਸੇਜ਼ ਦੇਅਰ ਸ਼ੈਲ ਬੀ ਅ ਕਾਉਂਸਲ ਆਫ ਮਿਨਿਸਟਰ ਹੈਡਡ ਬਾਈ ਪ੍ਰਾਈਮ ਮਿਨਿਸਟਰ ਟੂ ਏਡ ਐਂਡ ਐਡਵਾਈਸ ਪ੍ਰੈਜ਼ੀਡੈਂਟ। ਆਪਾਂ ਨੇ ਪੜ੍ਹਿਆ ਸੀਗਾ ਕਿ ਪ੍ਰੈਜ਼ੀਡੈਂਟ ਕੀ ਆ? ਨੋਮੀਨਲ ਹੈਡ ਹੈ। ਪ੍ਰੈਜ਼ੀਡੈਂਟ ਹਮੇਸ਼ਾ ਕਿਹਦੇ ਕਹੇ ਤੇ ਕੰਮ ਕਰਦਾ ਹੈ? ਕਾਉਂਸਲ ਆਫ ਮਿਨਿਸਟਰ ਦੇ ਕਹੇ ਤੇ ਕੰਮ ਕਰਦਾ ਹੈ। ਸੋ ਇਹ ਉਹੀ ਕਾਉਂਸਲ ਆਫ ਮਿਨਿਸਟਰ ਦੇ ਬਾਰੇ ਆਪਾਂ ਅੱਜ ਪੜ੍ਹ ਰਹੇ ਹਾਂ ਕਿ ਉਹ ਕਾਉਂਸਲ ਆਫ ਮਿਨਿਸਟਰ ਕਿਹੜੀ ਹੈ? COM। ਤੇ ਇਹਨੂੰ ਕੌਣ ਹੈਡ ਕਰਦਾ ਹੈ? ਪ੍ਰਾਈਮ ਮਿਨਿਸਟਰ ਇਹਦਾ ਪ੍ਰਧਾਨ ਹੁੰਦਾ ਹੈ। ਕਾਹਦੇ ਲਈ ਬਣਾਈ ਜਾਂਦੀ ਹੈ COM ਫॉर ਏਡ ਐਂਡ ਐਡਵਾਈਸ ਆਫ ਪ੍ਰੈਜ਼ੀਡੈਂਟ। ਸੋ ਹੁਣ ਤੱਕ ਇੱਥੇ ਤੱਕ ਜਿੰਨਾ ਆਪਾਂ ਨੇ ਪੜ੍ਹਿਆ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ। ਸੋ ਆਰਟੀਕਲ 75 ਦੇ ਉੱਤੇ ਆ ਜਾਓ, ਆ ਪੁਆਇੰਟ ਦੇ ਉੱਤੇ। ਆਰਟੀਕਲ 75 ਕੀ ਕਹਿੰਦਾ ਹੈ? PM ਸ਼ੈਲ ਬੀ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ। ਅਸੀਂ ਜਦੋਂ ਪ੍ਰਾਈਮ ਮਿਨਿਸਟਰ ਵਾਲਾ ਪੋਰਸ਼ਨ ਪੜ੍ਹਿਆ ਸੀਗਾ ਉਹਦੇ ਵਿੱਚ ਆਪਾਂ ਨੇ ਪੜ੍ਹਿਆ ਪ੍ਰਾਈਮ ਮਿਨਿਸਟਰ ਨੂੰ ਅਪੁਆਇੰਟ ਕੌਣ ਕਰਦਾ ਹੈ? ਸਾਡੇ ਪ੍ਰੈਜ਼ੀਡੈਂਟ ਸਾਹਿਬ ਅਪੁਆਇੰਟ ਕਰਦੇ ਆ। ਠੀਕ ਹੈ, ਦੈਨ ਉਸ ਤੋਂ ਬਾਅਦ ਜਿਹੜੇ ਬਾਕੀ ਮਿਨਿਸਟਰ ਹੁੰਦੇ ਆ ਉਹਨਾਂ ਦੀ ਲਿਸਟ ਕੌਣ ਤਿਆਰ ਕਰਕੇ ਦਿੰਦਾ ਹੈ? ਪ੍ਰਾਈਮ ਮਿਨਿਸਟਰ ਤਿਆਰ ਕਰਕੇ ਦਿੰਦਾ ਹੈ ਕਿ ਆਹ ਬੰਦਿਆਂ ਨੂੰ ਮੈਂ ਆਹ ਪੋਰਟਫੋਲੀਓ ਦਿੱਤੇ ਆ ਤੇ ਆਹ ਮਿਨਿਸਟਰੀਜ਼ ਦੇ ਇਹ ਮਿਨਿਸਟਰ ਬਣਨਗੇ। ਉਹਨਾਂ ਨੂੰ ਅਪੁਆਇੰਟ ਕੌਣ ਕਰਦਾ ਹੈ? ਫਿਰ ਪ੍ਰੈਜ਼ੀਡੈਂਟ ਉਹਨਾਂ ਨੂੰ ਅਪੁਆਇੰਟ ਕਰਦਾ ਹੈ, ਬਟ ਐਡਵਾਈਸ ਕੌਣ ਕਰਦਾ ਹੈ? PM। ਸੋ ਇੱਥੇ ਮੈਂ ਲਿਖਿਆ ਹੈ PM ਸ਼ੈਲ ਬੀ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ ਐਂਡ ਅਦਰ ਮਿਨਿਸਟਰਸ ਟੂ ਬੀ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ ਔਨ ਐਡਵਾਈਸ ਆਫ PM। ਆਈ ਹੋਪ ਕਿ ਤੁਹਾਨੂੰ ਇਹ ਅੰਡਰਸਟੂਡ ਹੈ ਪੁਆਇੰਟ। ਨੈਕਸਟ ਪੁਆਇੰਟ ਤੇ ਆ ਜਾਓ। ਕਾਉਂਸਲ ਆਫ ਮਿਨਿਸਟਰ ਸ਼ੈਲ ਨਾਟ ਐਕਸੀਡ 15% ਆਫ ਟੋਟਲ ਸਟਰੈਂਥ ਆਫ ਲੋਕ ਸਭਾ। ਦਿਸ ਇਜ਼ ਵੈਰੀ ਇੰਪੋਰਟੈਂਟ ਪੁਆਇੰਟ। ਇਹਦਾ ਮਤਲਬ ਕੀ ਹੈ ਕਿ ਜਿਹੜੀ ਕਾਉਂਸਲ ਆਫ ਮਿਨਿਸਟਰ ਹੈ, ਕਿੰਨੇ ਟੋਟਲ ਮਿਨਿਸਟਰ ਹੋ ਸਕਦੇ ਆ ਇੱਕ ਹਾਊਸ ਦੇ ਵਿੱਚ, ਇੱਕ ਸਰਕਾਰ ਦੇ ਵਿੱਚ? ਉਹ ਲੋਕ ਸਭਾ ਦੀ ਜਿਹੜੀ ਸਟਰੈਂਥ ਹੈ, ਮਤਲਬ 545 ਮੈਂਬਰ ਹੁੰਦੇ ਆ ਲੋਕ ਸਭਾ ਦੇ ਵਿੱਚ, ਉਹਦਾ 15%, ਉਸ ਤੋਂ ਜ਼ਿਆਦਾ ਨਹੀਂ ਹੋ ਸਕਦੇ। 545 ਦਾ 15% ਕੈਲਕੂਲੇਟ ਕਰਕੇ ਦੇਖੋ। ਪੇਪਰ ਦੇ ਵਿੱਚ ਕੁਆਂਟ ਸੈਕਸ਼ਨ ਵੀ ਆਉਣਾ ਨਾ, ਸੋ ਪਰਸੈਂਟੇਜ ਦਾ ਟੌਪਿਕ ਹੋ ਗਿਆ ਇੱਕ ਤਰ੍ਹਾਂ ਦਾ, ਤੁਹਾਡੇ ਲਈ ਪ੍ਰੈਕਟਿਸ ਹੋ ਜੂਗੀ। ਚਲੋ ਇੱਥੇ ਹੁਣ ਪੜ੍ਹਾ ਰਿਹਾ ਮੈਂ ਤਾਂ ਮੈਂ ਇੱਥੇ ਮੈਂ ਦੱਸ ਦਿੰਦਾ 81 ਬਣਦਾ ਹੈ, ਮਤਲਬ 81 ਬੰਦਿਆਂ ਤੋਂ ਜ਼ਿਆਦਾ ਹੋਣਾ ਨਹੀਂ ਚਾਹੀਦਾ COM ਸਿਰਫ ਕਿੰਨਾ ਹੋ ਸਕਦਾ ਹੈ? 81 ਇਜ਼ ਦਾ ਅਪਰ ਲਿਮਿਟ। 82 ਬੰਦੇ ਹੋ ਗਏ ਤਾਂ ਉਹ ਬਰੀਚ ਹੋ ਜਾਣੀ ਹੈ ਤੇ 82 ਹੋ ਨਹੀਂ ਸਕਦੇ। ਚਲੋ ਨੈਕਸਟ ਥਿੰਗ, COM ਕਲੈਕਟਿਵਲੀ ਰਿਸਪੌਂਸਿਬਲ ਟੂ ਲੋਕ ਸਭਾ। ਯਾਦ ਰੱਖਿਓ ਕਲੈਕਟਿਵ ਰਿਸਪੌਂਸਿਬਿਲਿਟੀ ਮੈਂ ਤੁਹਾਨੂੰ ਹੁਣੇ ਥੋੜੀ ਦੇਰ 'ਚ ਐਕਸਪਲੇਨ ਕਰੂੰਗਾ ਸਾਰਾ ਕੰਸੈਪਟ ਕੀ ਹੁੰਦਾ ਹੈ, ਬਟ ਇਹ ਯਾਦ ਰੱਖਿਓ ਕਲੈਕਟਿਵ ਰਿਸਪੌਂਸਿਬਿਲਿਟੀ ਕਿਹਨੂੰ ਹੈ? ਲੋਕ ਸਭਾ ਨੂੰ ਹੈ, ਰਾਜ ਸਭਾ ਨੂੰ ਨਹੀਂ ਹੈ, ਲੋਕ ਸਭਾ ਨੂੰ ਹੈ। ਮਤਲਬ ਕਿ ਸਾਰੇ ਇਕੱਠੇ ਹੋ ਕੇ ਕਿਹੜੇ ਹਾਊਸ ਦੇ ਪ੍ਰਤੀ ਜ਼ਿੰਮੇਵਾਰ ਨੇ? ਲੋਕ ਸਭਾ ਦੇ ਵਿੱਚ ਜ਼ਿੰਮੇਵਾਰ ਨੇ ਇਹ ਲੋਕ ਸਭਾ ਦੇ ਪ੍ਰਤੀ। ਠੀਕ ਹੈ, ਚਲੋ ਨੈਕਸਟ ਥਿੰਗ ਕਿਆ ਹੈ? ਮਿਨਿਸਟਰਸ ਆਰ ਐਡਮਿਨਿਸਟਰਡ ਓਥ ਬਾਈ ਪ੍ਰੈਜ਼ੀਡੈਂਟ। ਜਦੋਂ ਕੋਈ ਮਿਨਿਸਟਰ ਬਣ ਗਿਆ, ਸਭ ਤੋਂ ਪਹਿਲਾ ਕੰਮ ਮੈਂ ਤੁਹਾਨੂੰ ਇਹ ਦੱਸਦਾ ਹੁੰਦਾ ਨਾ, ਚਾਹੇ ਕੋਈ ਪ੍ਰੈਜ਼ੀਡੈਂਟ ਵੀ ਬਣ ਗਿਆ, ਸਭ ਤੋਂ ਪਹਿਲਾ ਕੰਮ ਕੀ ਕਰਦਾ ਹੈ ਅਗਲਾ? ਸਹੁੰ ਚੁੱਕ ਸਮਾਗਮ। ਠੀਕ ਹੈ, ਜਿਹੜਾ ਬਹੁਤ ਮਤਲਬ ਕਿ ਸਾਡੇ ਤਾਂ ਇੱਥੇ ਪੰਜਾਬ ਦੇ ਵਿੱਚ ਬਹੁਤ ਧੂਮਧਾਮ ਨਾਲ ਕਰਦੇ ਆ ਇਹ। ਸੋ ਸਹੁੰ ਚੁੱਕ ਸਮਾਗਮ ਦੇ ਵਿੱਚ ਕੀ ਹੁੰਦਾ ਹੈ ਕਿ ਓਥ ਲਈ ਜਾਂਦੀ ਹੈ, ਸਹੁੰ ਚੁੱਕੀ ਜਾਂਦੀ ਹੈ ਮਿਨਿਸਟਰਸ ਦੇ ਦੁਆਰਾ। ਤੇ ਉਹ ਸਹੁੰ ਕੌਣ ਦਵਾਉਂਦਾ? ਇਹਨਾਂ ਨੂੰ ਕੌਣ ਚੁਕਵਾਉਂਦਾ ਹੈ? ਪ੍ਰੈਜ਼ੀਡੈਂਟ ਚੁਕਵਾਉਂਦਾ ਇਹ ਸਹੁੰ। ਠੀਕ ਹੈ, ਚਲੋ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਕਿੰਨੇ ਟਾਈਪ ਦੇ ਮਿਨਿਸਟਰਸ ਹੁੰਦੇ ਆ। ਸਭ ਤੋਂ ਪਹਿਲਾਂ ਹੁੰਦੇ ਆ ਕੈਬਨਿਟ ਮਿਨਿਸਟਰ। ਮੋਸਟ ਇੰਪੋਰਟੈਂਟ ਮਿਨਿਸਟਰ ਹੈ ਜਿਹੜਾ ਉਹ ਕੈਬਨਿਟ ਮਿਨਿਸਟਰ ਹੈ। ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਤਾਂ ਚਲੋ ਪ੍ਰਾਈਮ ਮਿਨਿਸਟਰ ਹੈ। ਪ੍ਰਾਈਮ ਮਿਨਿਸਟਰ ਇਹਦਾ ਪਾਰਟ ਹੀ ਹੁੰਦਾ ਹੈ। ਠੀਕ ਹੈ, ਕੈਬਨਿਟ ਮਿਨਿਸਟਰ। ਚਲੋ ਨੈਕਸਟ ਹੈ ਮਿਨਿਸਟਰ ਆਫ ਸਟੇਟ। ਮਿਨਿਸਟਰ ਆਫ ਸਟੇਟ ਹੁੰਦੇ ਆ ਜਿਵੇਂ ਕਿ ਡਿਪਾਰਟਮੈਂਟਸ ਹੁੰਦੇ ਆ ਨੀਚੇ, ਅਲੱਗ-ਅਲੱਗ ਮਿਨਿਸਟਰੀ ਦੇ ਡਿਪਾਰਟਮੈਂਟਸ ਹੁੰਦੇ ਆ, ਉਹਨਾਂ ਦੇ ਵਿੱਚ ਉਹਨਾਂ ਨੂੰ ਕੀ ਦਿੱਤਾ ਜਾਂਦਾ? ਛੋਟਾ ਮੋਟਾ ਡਿਪਾਰਟਮੈਂਟ ਦੇ ਦਿੱਤਾ ਜਾਂਦਾ ਹੈ ਤੇ ਉਹ ਕੀ ਬਣ ਜਾਂਦੇ ਆ? ਮਿਨਿਸਟਰ ਆਫ ਸਟੇਟ ਬਣ ਜਾਂਦੇ ਆ। ਫਿਰ ਇੱਕ ਹੁੰਦੇ ਆ ਡੈਪਿਊਟੀ ਮਿਨਿਸਟਰ। ਡੈਪਿਊਟੀ ਮਿਨਿਸਟਰ ਹੁੰਦਾ ਹੈ ਕਿਸੇ ਮਿਨਿਸਟਰ ਦਾ, ਜਿੱਦਾਂ ਕੈਪਟਨ ਹੁੰਦਾ ਹੈ, ਕੈਪਟਨ ਦਾ ਵਾਈਸ ਕੈਪਟਨ, ਉੱਦਾਂ ਹੀ
ਮਿਨਿਸਟਰ ਦਾ ਡੈਪਿਊਟੀ ਮਿਨਿਸਟਰ ਬਣ ਜਾਂਦਾ ਇੱਕ ਬੰਦਾ, ਉਹਦੀ ਏਡ ਲਈ, ਉਹਦੀ ਹੈਲਪ ਲਈ ਹੁੰਦਾ ਇਹ। ਅਦਰਵਾਈਜ਼ ਇਹਦੇ ਕੋਲੇ ਕੋਈ ਡਿਪਾਰਟਮੈਂਟ ਨਹੀਂ ਦਿੱਤਾ ਜਾਂਦਾ ਐਕਸਟਰਾ, ਇਹ ਸਿਰਫ ਮਿਨਿਸਟਰ ਦੀ ਹੈਲਪ ਦੇ ਲਈ ਹੁੰਦਾ ਹੈ। ਸੋ ਤੁਹਾਨੂੰ ਟਾਈਪਸ ਆਫ ਮਿਨਿਸਟਰ ਕਲੀਅਰ ਹੈ। ਪੇਪਰ ਦੇ ਵਿੱਚ ਇਸ ਚੀਜ਼ ਦੇ ਉੱਤੇ ਕੁਐਸਚਨ ਆਉਣਾ ਬਹੁਤ ਘੱਟ ਚੀਜ਼ ਹੈ, ਬਟ ਹਾਂ ਇਹ ਬਹੁਤ ਘੱਟ ਚਾਂਸ ਹੈ। ਬਟ ਹਾਂ ਇਹ ਪੁਆਇੰਟ ਸਭ ਤੋਂ ਇੰਪੋਰਟੈਂਟ ਹੈ, ਕਲੈਕਟਿਵਲੀ ਰਿਸਪੌਂਸਿਬਲ ਟੂ ਲੋਕ ਸਭਾ। ਪੇਪਰ ਦੇ ਵਿੱਚ ਆ ਸਕਦਾ ਹੈ ਕਿ ਕਾਊਂਸਿਲ ਆਫ ਮਿਨਿਸਟਰ ਇਜ਼ ਕਲੈਕਟਿਵਲੀ ਰਿਸਪੌਂਸਿਬਲ ਟੂ ਪ੍ਰੈਜ਼ੀਡੈਂਟ, ਲੋਕ ਸਭਾ, ਰਾਜ ਸਭਾ, ਪ੍ਰਾਈਮ ਮਿਨਿਸਟਰ। ਸੋ ਤੁਹਾਡਾ ਸਹੀ ਆਨਸਰ ਕੀ ਹੋਊਗਾ? ਲੋਕ ਸਭਾ। ਚਲੋ ਨੈਕਸਟ ਆਹ ਪੁਆਇੰਟ ਵੀ ਬਹੁਤ ਇੰਪੋਰਟੈਂਟ ਹੈ ਕਿ 15% ਦੀ ਜਿਹੜੀ ਲਿਮਿਟ ਹੈ ਉਹ ਕਦੇ ਬ੍ਰੀਚ ਨਹੀਂ ਹੋਣੀ ਚਾਹੀਦੀ ਕਾਊਂਸਿਲ ਆਫ ਮਿਨਿਸਟਰਸ ਦੀ। ਨੈਕਸਟ ਥਿੰਗ, ਚਲੋ ਆ ਜਾਓ ਹੁਣ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਕਲੈਕਟਿਵ ਰਿਸਪੌਂਸਿਬਿਲਿਟੀ। ਕਲੈਕਟਿਵ ਰਿਸਪੌਂਸਿਬਿਲਿਟੀ ਦਾ ਮਤਲਬ ਕੀ ਹੁੰਦਾ ਹੈ? ਕਲੈਕਟਿਵ ਦਾ ਮਤਲਬ ਸਾਰੇ ਇਕੱਠੇ, ਰਿਸਪੌਂਸਿਬਿਲਿਟੀ ਦਾ ਮਤਲਬ ਜ਼ਿੰਮੇਵਾਰੀ। ਇਹ ਸਾਰੇ ਇਕੱਠੇ ਜ਼ਿੰਮੇਵਾਰ ਨੇ, ਆਪਣੀ ਜਿੰਨੇ ਵੀ ਇਹ ਕੰਮ ਕਰਨਗੇ, ਗਲਤ ਕਰਨਗੇ ਜਾਂ ਸਹੀ ਕਰਨਗੇ, ਉਹਦੇ ਇਹ ਸਾਰੇ ਜ਼ਿੰਮੇਵਾਰ ਹੋਣਗੇ। ਮੰਨ ਲਓ ਕੋਈ ਇੱਕ ਬੰਦਾ 81 ਬੰਦਿਆਂ ਦੀ ਕਾਊਂਸਿਲ ਆਫ ਮਿਨਿਸਟਰ ਹੈ, ਠੀਕ ਹੈ, ਕੋਈ ਇੱਕ ਬੰਦਾ ਕੰਮ ਗਲਤ ਕਰਦਾ ਹੈ ਤਾਂ ਇਹ ਸਾਰੇ ਜ਼ਿੰਮੇਵਾਰ ਹੋਣਗੇ। ਕਲੈਕਟਿਵ ਰਿਸਪੌਂਸਿਬਿਲਿਟੀ ਇਹਨੂੰ ਕਹਿੰਦੇ ਆ। ਜੇ ਕੋਈ ਇੱਕ ਬੰਦਾ ਸਹੀ ਕਰਦਾ ਹੈ ਤਾਂ ਇਹ ਸਾਰੇ ਹੀ ਜ਼ਿੰਮੇਵਾਰ ਹੋਣਗੇ, ਸਭ ਨੂੰ ਕ੍ਰੈਡਿਟ ਜਾਊਗਾ ਕਿ ਹਾਂ ਇਹਨਾਂ ਸਾਰਿਆਂ ਨੇ ਸਹੀ ਕੰਮ ਕੀਤਾ ਹੈ। ਸੋ ਉਹਨੂੰ ਕਹਿੰਦੇ ਆ ਆਪਾਂ ਕਲੈਕਟਿਵ ਰਿਸਪੌਂਸਿਬਿਲਿਟੀ। ਇਹ ਆਪਾਂ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਇਹ ਕਲੀਅਰਲੀ ਮੈਂਸ਼ਨ ਕੀਤਾ ਗਿਆ ਹੈ ਕਿ ਜਿਹੜੇ ਸਾਡੇ COM ਹੈ ਉਹ ਕਲੈਕਟਿਵਲੀ ਰਿਸਪੌਂਸਿਬਲ ਹੈ ਟੂ ਹਾਊਸ ਲੋਕ ਸਭਾ, ਠੀਕ ਹੈ। ਆਰਟੀਕਲ 75 ਦੇ ਅੰਡਰ ਮੈਂਸ਼ਨ ਕੀਤਾ ਹੋਇਆ ਇਹ ਸਾਰਾ। ਸੋ ਇਹਦੇ ਵਿੱਚ ਆਈ ਥਿੰਕ ਇੱਕ ਲਾਈਨ ਹੋਰ ਯੂਜ਼ ਹੁੰਦੀ ਆ, ਦੇ ਸਿੰਕ ਐਂਡ ਸਵਿਮ ਟੂਗੈਦਰ। ਡੁੱਬਦੇ ਵੀ ਇਕੱਠੇ ਆ, ਤਰਦੇ ਵੀ ਇਕੱਠੇ ਆ, ਠੀਕ ਹੈ। ਅਗਰ ਕੋਈ ਇੱਦਾਂ ਨਹੀਂ ਹੈ ਕਿ ਅਗਰ ਕਿਸੇ ਇੱਕ ਬੰਦੇ ਨੇ ਗਲਤ ਕੰਮ ਕੀਤਾ ਹੈ ਤਾਂ ਸਿਰਫ ਉਹਨੂੰ ਹੀ ਕੱਢਿਆ ਜਾਊਗਾ, ਨਹੀਂ, ਸਾਰੇ ਕਲੈਕਟਿਵਲੀ ਸਾਰਿਆਂ ਨੂੰ ਰਿਜ਼ਾਈਨ ਕਰਨਾ ਪੈਂਦਾ ਏ। ਮੇਬੀ ਸਰਕਾਰ ਗਿਰ ਜਾਂਦੀ ਆ ਜਦੋਂ ਕੋਈ ਮਿਨਿਸਟਰੀ ਦੇ ਵਿੱਚ ਜਾਂ ਕੋਈ ਘਪਲਾ ਹੁੰਦਾ ਏ, ਕੋਈ ਇੱਦਾਂ ਦਾ ਬੜਾ, ਤਾਂ ਸਰਕਾਰ ਗਿਰਨੇ ਦੀ ਨੌਬਤ ਆ ਜਾਂਦੀ ਹੈ। ਸੋ ਉਹੀ ਚੀਜ਼ ਹੈ ਇਹ ਕਲੈਕਟਿਵ ਰਿਸਪੌਂਸਿਬਿਲਿਟੀ। ਚਲੋ ਨੈਕਸਟ ਹੈ ਇੰਡੀਵਿਜੂਅਲ ਰਿਸਪੌਂਸਿਬਿਲਿਟੀ। ਇਕੱਠੇ ਤਾਂ ਰਿਸਪੌਂਸਿਬਲ ਹੈ ਹੀ ਹੈ, ਤਾਂ ਇੰਡੀਵਿਜੂਅਲੀ ਵੀ ਰਿਸਪੌਂਸਿਬਲ ਆ। ਇੰਡੀਵਿਜੂਅਲ ਰਿਸਪੌਂਸਿਬਿਲਿਟੀ ਕਿਵੇਂ ਆ? ਜੇ ਮੰਨ ਲਓ ਕੋਈ ਇੱਕ ਬੰਦਾ ਆਪਣਾ ਕੰਮ ਸਹੀ ਨਹੀਂ ਕਰ ਰਿਹਾ, ਠੀਕ ਹੈ, ਤਾਂ ਉਹਦੀ ਪਾਵਰ ਕਿਹਦੇ ਕੋਲੇ ਹੁੰਦੀ ਆ? ਪ੍ਰਾਈਮ ਮਿਨਿਸਟਰ ਕੋਲੇ ਹੁੰਦੀ ਆ। ਪ੍ਰਾਈਮ ਮਿਨਿਸਟਰ ਕੀ ਕਰ ਸਕਦਾ ਏ? ਉਸ ਬੰਦੇ ਨੂੰ ਰਿਮੂਵ ਕਰ ਸਕਦਾ ਏ ਬੀਇੰਗ ਅ ਮਿਨਿਸਟਰ। ਉਹ ਕੀ ਕਰੂੰਗਾ? ਐਡਵਾਈਸ ਕਰੂੰਗਾ ਪ੍ਰੈਜ਼ੀਡੈਂਟ ਨੂੰ ਕਿ ਇਸ ਬੰਦੇ ਨੂੰ, ਮੈਂ ਨਹੀਂ ਚਾਹੁੰਦਾ ਕਿ ਇਹ ਬੰਦਾ ਹੁਣ ਮਿਨਿਸਟਰ ਰਹੇ, ਇਹਨੂੰ ਹਟਾ ਦਿਓ। ਸੋ ਪ੍ਰਾਈਮ ਮਿਨਿਸਟਰ ਦੇ ਆਪਣੀ ਐਡਵਾਈਸ ਦਿੰਦਾ ਹੈ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਤਾਂ ਕਿਹਦੀ ਐਡਵਾਈਸ 'ਤੇ ਕੰਮ ਕਰਦਾ ਹੈ? ਕਾਊਂਸਿਲ ਆਫ ਮਿਨਿਸਟਰ ਦੀ ਐਡਵਾਈਸ 'ਤੇ। ਸੋ ਕਾਊਂਸਿਲ ਆਫ ਮਿਨਿਸਟਰ ਦਾ ਪ੍ਰਧਾਨ ਕੌਣ ਹੈ? ਹੈੱਡ ਕੌਣ ਹੈ? ਚੀਫ ਪ੍ਰਾਈਮ ਮਿਨਿਸਟਰ। ਸੋ ਪ੍ਰਾਈਮ ਮਿਨਿਸਟਰ ਦੇ ਕਹੇ 'ਤੇ ਉਸ ਬੰਦੇ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਸੋ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਦਾ ਮਤਲਬ ਕਿ ਬੰਦੇ ਨੂੰ ਅਸੀਂ ਰਿਮੂਵ ਕਰ ਸਕਦੇ ਹਾਂ, ਉਹ ਇੰਡੀਵਿਜੂਅਲੀ ਵੀ ਰਿਸਪੌਂਸਿਬਲ ਹੈ, ਠੀਕ ਹੈ। ਹੁਣ ਆ ਜਾਓ ਆਹ ਪੁਆਇੰਟ ਦੇ ਉੱਤੇ, ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ, ਨੋ ਲੀਗਲ ਰਿਸਪੌਂਸਿਬਿਲਿਟੀ। ਇਹਨੂੰ ਜੇ ਮੈਂ ਤੁਹਾਨੂੰ ਸੌਖੀ ਭਾਸ਼ਾ 'ਚ ਸਮਝਾਵਾਂ, ਐਕਚੁਅਲੀ ਹੁੰਦਾ ਕੀ ਆ? ਮੰਨ ਲਓ ਕੋਈ ਲਾਅ ਪਾਸ ਹੋ ਗਿਆ, ਠੀਕ ਹੈ, ਕਿਸੇ ਮਿਨਿਸਟਰ ਨੇ ਲਾਅ ਪਾਸ ਕੀਤਾ ਹੈ, ਤਾਂ ਉਹ ਲਾਅ ਦੇ ਵਿੱਚ ਉਸ ਮਿਨਿਸਟਰ ਦੀ ਜ਼ਿੰਮੇਵਾਰੀ ਹੈਗੀ ਆ ਕਿ ਨਹੀਂ ਹੈਗੀ ਕਿ ਉਹਨੇ ਇੱਦਾਂ ਦਾ ਲਾਅ ਪਾਸ ਕੀਤਾ ਹੈ? ਜੇ ਮੰਨ ਲਓ ਕੱਲ੍ਹ ਨੂੰ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹ ਲਾਅ ਗਲਤ ਪਾਸ ਕੀਤਾ ਗਿਆ ਹੈ, ਤਾਂ ਕਿਆ ਅਸੀਂ ਉਸ ਮਿਨਿਸਟਰ ਨੂੰ ਜਾ ਕੇ ਫੜ ਸਕਦੇ ਹਾਂ, ਉਸ ਦੇ ਉੱਤੇ ਕੇਸ ਕਰ ਸਕਦੇ ਹਾਂ? ਤਾਂ ਇਸ ਚੀਜ਼ ਦਾ ਜਵਾਬ ਹੈ ਜੀ ਨਹੀਂ। ਸਾਡੇ ਭਾਰਤ ਦੇ ਵਿੱਚ ਨੋ ਲੀਗਲ ਰਿਸਪੌਂਸਿਬਿਲਿਟੀ ਆ। ਬ੍ਰਿਟੇਨ ਦੇ ਵਿੱਚ ਇਹ ਸਿਸਟਮ ਨਹੀਂ ਆ। ਬ੍ਰਿਟੇਨ ਦੇ ਵਿੱਚ ਅਗਰ ਕਿਸੇ ਮਿਨਿਸਟਰ ਨੇ ਕੋਈ ਲਾਅ ਬਣਾਇਆ ਏ ਤੇ ਉਹਨੇ ਉਹ ਲਾਅ ਗਲਤ ਬਣਾਇਆ ਏ, ਤਾਂ ਉਹਦੇ ਅਗੇਂਸਟ ਕੋਰਟ ਦੇ ਵਿੱਚ ਜਾ ਕੇ ਅਸੀਂ ਕੀ ਕਰ ਸਕਦੇ ਹਾਂ? ਅਸੀਂ ਕੇਸ ਕਰ ਸਕਦੇ ਹਾਂ। ਪਰ ਸਾਡੇ ਭਾਰਤ ਦੇ ਵਿੱਚ ਕੀ ਆ? ਕੋਈ ਲੀਗਲ ਰਿਸਪੌਂਸਿਬਿਲਿਟੀ ਨਹੀਂ ਆ। ਜੇ ਕਿਸੇ ਨੇ ਲਾਅ ਬਣਾਇਆ ਏ ਤਾਂ ਉਹਦੇ ਅਗੇਂਸਟ ਅਸੀਂ ਕੋਈ ਕੇਸ ਨਹੀਂ ਕਰ ਸਕਦੇ, ਚਾਹੇ ਉਹ ਲਾਅ ਉਹਨੇ ਗਲਤ ਬਣਾਇਆ ਚਾਹੇ ਸਹੀ ਬਣਾਇਆ, ਪਰ ਉਹਦੇ ਅਗੇਂਸਟ ਤੁਸੀਂ ਕੇਸ ਨਹੀਂ ਕਰ ਸਕਦੇ, ਕੋਰਟ 'ਚ ਨਹੀਂ ਜਾ ਸਕਦੇ। ਸੋ ਮੈਂ ਉਮੀਦ ਕਰਦਾ ਕਿ ਇੱਥੋਂ ਤੱਕ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ। ਕਾਊਂਸਿਲ ਆਫ ਮਿਨਿਸਟਰ ਦਾ ਕੋਈ ਜ਼ਿਆਦਾ ਬੜਾ ਟੌਪਿਕ ਨਹੀਂ ਹੈ, ਬਹੁਤ ਛੋਟਾ ਟੌਪਿਕ ਹੈ। ਆਹੀ 4 ਪੁਆਇੰਟ ਜਿਹੜੇ ਇੰਪੋਰਟੈਂਟ ਸੀਗੇ ਮੈਂ ਤੁਹਾਨੂੰ ਦੱਸੇ ਆ। ਹੁਣ ਇੱਕ ਵਰਡ ਨਾ ਤੁਸੀਂ ਬਹੁਤ ਇੰਟਰਚੇਂਜੇਬਲੀ ਯੂਜ਼ ਕਰਦੇ ਹੋ ਕਾਊਂਸਿਲ ਆਫ ਮਿਨਿਸਟਰ ਦੇ ਨਾਲ, ਉਹ ਵਰਡ ਹੈ ਕੈਬਨਿਟ। ਆਪਾਂ ਨੇ ਪੜ੍ਹਿਆ ਨਾ ਕੈਬਨਿਟ, ਆਪਾਂ ਇੱਥੇ ਵੀ ਆਹ ਵਰਡ ਯੂਜ਼ ਕੀਤਾ ਕੈਬਨਿਟ ਮਿਨਿਸਟਰ। ਸੋ ਇਹ ਕੀ ਹੈ? ਕੈਬਨਿਟ ਹੁੰਦੀ ਕੀ ਆ? ਕੈਬਨਿਟ ਹੁੰਦੀ ਆ, ਜਿਵੇਂ ਤੁਸੀਂ ਮੰਨ ਲਓ, ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਕਿ ਆਪਾਂ ਕ੍ਰਿਕਟ ਦੇਖਦੇ ਹਾਂ ਨਾ, IPL ਦੇਖਦੇ ਹਾਂ, ਇੰਡੀਆ ਦੀ ਟੀਮ ਦੇ ਜਦੋਂ ਮੈਚ ਹੁੰਦੇ ਆ ਕ੍ਰਿਕਟ ਦੇ ਵਿੱਚ, ਜਦੋਂ ਅਚਾਨਕ 11 ਮੈਂਬਰ ਖੇਡਦੇ ਆ, ਠੀਕ ਹੈ, ਤਾਂ ਉਹ ਸਾਰੇ ਕੀ ਆ? ਪੂਰੇ ਪਹਿਲਾਂ ਤਾਂ ਰਣਜੀ ਟਰੋਫੀ ਦੇ ਵਿੱਚੋਂ, ਲੋਕਲ ਡੋਮੈਸਟਿਕ ਕ੍ਰਿਕਟ ਦੇ ਵਿੱਚੋਂ 11 ਚੁਣੇ ਜਾਂਦੇ ਆ,
ਤੁਸੀਂ ਐਦਾਂ ਮੰਨ ਲਓ ਕਿ ਸਾਰੇ ਪਲੇਅਰ ਜਿਹੜੇ ਕ੍ਰਿਕਟ ਖੇਡਦੇ ਆ ਉਹ ਕੀ ਆ, ਲੋਕ ਸਭਾ ਦੇ ਮੈਂਬਰ ਆ ਜਿੱਦਾਂ 545, ਫਿਰ ਉਹਦੇ ਚੋਂ ਕੀ ਕਰਨਾ ਹੁੰਦਾ 81 ਚੂਜ਼ ਕਰਦੇ ਨਾ ਆਪਾਂ ਕਾਉਂਸਿਲ ਆਫ ਮਿਨਿਸਟਰ 'ਚ। ਉੱਦਾਂ ਹੀ ਆਪਾਂ 11 ਕੱਢ ਲਏ ਕ੍ਰਿਕਟ ਦੀ ਟੀਮ ਦੇ ਪਲੇਅਰ, ਉਹ 11 ਦੇ ਵਿੱਚ ਵੀ ਜਦੋਂ ਕੋਈ ਮੰਨ ਲਓ ਦੂਜੀ ਟੀਮ ਦੇ ਪਲੇਅਰ ਨੇ ਕੋਈ ਚੌਕਾ ਛੱਕਾ ਮਾਰਿਆ ਏ ਤਾਂ ਆਪਾਂ ਕਦੇ ਦੇਖਦੇ ਹਾਂ ਨਾ ਕਿ ਉਹ 3-4 ਪਲੇਅਰ ਇਕੱਠੇ ਹੋ ਕੇ ਡਿਸਕਸ ਕਰਨ ਲੱਗ ਜਾਂਦੇ ਆ, ਵਿਰਾਟ ਕੋਹਲੀ, ਰੋਹਿਤ ਸ਼ਰਮਾ ਜਾਂ ਕੋਈ ਜਸਪ੍ਰੀਤ ਬੁਮਰਾਹ, ਜਿਹੜੇ ਮਤਲਬ ਕਿ ਟੀਮ ਦੇ ਵਿੱਚ ਥੋੜ੍ਹੇ ਜਿਹੇ ਚੰਗੇ ਪਲੇਅਰ ਨੇ, ਚੰਗਾ ਕੰਮ ਕਰਦੇ ਨੇ, ਉਹ ਇਕੱਠੇ ਹੋ ਕੇ ਡਿਸਕਸ ਕਰਨ ਲੱਗ ਜਾਂਦੇ ਨੇ। ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਉਹ 11 ਦੇ ਵਿੱਚ ਵੀ ਕੁਛ ਇਹੋ ਜਿਹੇ ਇੱਕ ਅਲੱਗ ਗਰੁੱਪ ਬਣਿਆ ਹੋਇਆ ਹੈ ਜਿਹੜਾ ਡਿਸੀਜਨ ਮੇਕਿੰਗ ਦਾ ਕੰਮ ਕਰਦਾ ਹੈ, ਜਿਨ੍ਹਾਂ ਦੇ ਹੱਥ 'ਚ ਸਾਰੀ ਪਾਵਰ ਹੈ, ਠੀਕ ਹੈ। ਉਹੀ ਡਿਸਾਈਡ ਕਰਦੇ ਆ ਕੌਣ ਬੋਲਿੰਗ ਕਰੂਗਾ, ਕੌਣ ਕਿੱਥੇ ਫੀਲਡਿੰਗ ਕਰੂਗਾ, ਬੈਟਿੰਗ ਕਿਹੜੇ ਨੰਬਰ 'ਤੇ ਕੌਣ ਕਰੂਗਾ। ਉੱਦਾਂ ਹੀ ਕੀ ਹੁੰਦਾ ਹੈ ਸਾਡੇ ਉਹਦੇ ਵਿੱਚ ਕੀ ਆ, ਲੋਕ ਸਭਾ ਦੇ ਵਿੱਚ ਜਿਹੜੇ ਕਾਉਂਸਿਲ ਆਫ ਮਿਨਿਸਟਰਸ ਆ ਉਹਨਾਂ ਦੀ ਇੱਕ ਛੋਟੀ ਜਿਹੀ ਟੀਮ ਹੋਰ ਹੈ ਅੰਦਰ, ਜਿਹੜੀ ਮੇਨ ਟੀਮ ਹੈ, ਅਸਲੀ ਕੰਮ ਜਿਹੜੇ ਕਰਦੇ ਨੇ, ਉਹ ਉਹਨਾਂ ਨੂੰ ਆਪਾਂ ਕਹਿੰਦੇ ਆ ਕੈਬਨਿਟ, ਠੀਕ ਹੈ। ਆਈ ਹੋਪ ਕਿ ਤੁਹਾਨੂੰ ਐਗਜ਼ਾਮਪਲ ਦੇ ਨਾਲ ਬਹੁਤ ਵਧੀਆ ਸਮਝ ਆ ਗਿਆ ਹੋਊਗਾ। ਸੋ ਕੈਬਨਿਟ ਨੂੰ ਕਾਉਂਸਿਲ ਆਫ ਮਿਨਿਸਟਰ ਨਾਲ ਕਦੇ ਕਨਫਿਊਜ਼ ਨਾ ਕਰਿਓ। ਕਾਉਂਸਿਲ ਆਫ ਮਿਨਿਸਟਰ ਦੇ ਵਿੱਚ ਤਾਂ ਸਾਰੇ ਆ ਜਾਂਦੇ ਆ। ਤੁਸੀਂ ਹੁਣ ਕਹੋਗੇ ਕੈਬਨਿਟ ਕਿਆ ਅਲੱਗ ਚੀਜ਼ ਆ? ਨਹੀਂ, ਪਾਰਟ ਤਾਂ ਇਹਦਾ ਹੀ ਰਹਿਣਾ ਹੈ ਕਾਉਂਸਿਲ ਆਫ ਮਿਨਿਸਟਰ ਦਾ, ਪਰ ਇਹ ਕੀ ਆ, ਇਹ ਅੰਦਰ ਇੱਕ ਗਰੁੱਪ ਬਣਿਆ ਹੋਇਆ ਹੈ, ਛੋਟਾ ਗਰੁੱਪ, ਜਿਹੜਾ ਕਿ ਜ਼ਿਆਦਾ ਪਾਵਰਾਂ ਰੱਖਦਾ ਹੈ ਡਿਸੀਜਨ ਮੇਕਿੰਗ। ਸੋ ਕੈਬਨਿਟ ਦਾ ਕੰਮ ਕੀ ਹੁੰਦਾ ਹੈ? ਹਾਈਐਸਟ ਡਿਸੀਜਨ ਮੇਕਿੰਗ ਬਾਡੀ, ਠੀਕ ਹੈ। ਸਾਰੇ ਡਿਸੀਜਨ ਕਿੱਥੇ ਲਏ ਜਾਂਦੇ ਆ? ਕੈਬਨਿਟ ਦੇ ਵਿੱਚ ਹੀ ਲਏ ਜਾਂਦੇ ਆ। ਉਸ ਤੋਂ ਬਾਅਦ ਵੀ ਕੀ ਹੈ? ਸੁਪਰੀਮ ਐਗਜ਼ੀਕਿਊਟਿਵ ਅਥਾਰਟੀ, ਸਾਰੀਆਂ ਪਾਵਰਾਂ ਵੀ ਇਹਨਾਂ ਕੋਲੇ ਆ ਕੰਮ ਕਰਨੇ ਦੀਆਂ। ਚੀਫ ਪੋਲਿਸੀ ਫਾਰਮੂਲੇਟਿੰਗ ਬਾਡੀ, ਕੋਈ ਕੰਮ ਕਰਨਾ ਹੈ, ਕੋਈ ਪਾਲਿਸੀ ਬਣਾਉਣੀ ਹੈ, ਨਵੇਂ ਟਾਈਪ ਦਾ ਕੋਈ ਬਿੱਲ ਬਣਾਉਣਾ ਹੈ, ਕੋਈ, ਤਾਂ ਉਹ ਸਾਰੀਆਂ ਪਾਵਰਾਂ ਕਿੱਥੇ ਨੇ? ਕੈਬਨਿਟ ਦੇ ਕੋਲ ਨੇ। ਚੀਫ ਉਸ ਤੋਂ ਬਾਅਦ ਐਡਵਾਈਜ਼ਰੀ ਬਾਡੀ ਟੂ ਪ੍ਰੈਜ਼ੀਡੈਂਟ, ਤੇ ਜਿਹੜਾ ਆਪਾਂ ਕਹਿੰਦੇ ਨਾ ਕਿ COM ਏਡ ਐਂਡ ਐਡਵਾਈਸ ਕਰਦਾ ਹੈ, ਤਾਂ ਬੇਸਿਕਲੀ ਆਹੀ 4-5 ਬੰਦੇ ਹੁੰਦੇ ਆ ਜਿਹੜੇ ਏਡ ਐਂਡ ਐਡਵਾਈਸ ਕਰਦੇ ਆ, ਠੀਕ ਹੈ। ਉਸ ਤੋਂ ਬਾਅਦ ਚੀਫ ਕ੍ਰਾਈਸਿਸ ਮੈਨੇਜਰ ਅਪੁਆਇੰਟਸ ਆਲ ਮੇਜਰ ਪੋਸਟ, ਠੀਕ ਹੈ। ਜਿੰਨੀਆਂ ਵੀ ਭਾਰਤ ਦੇ ਵਿੱਚ ਮੇਜਰ ਪੋਸਟ ਆਏ, ਚੀਫ ਇਲੈਕਸ਼ਨ ਕਮਿਸ਼ਨਰ ਹੋ ਗਿਆ, ਕੈਗ ਹੋ ਗਿਆ, ਉਹਨਾਂ ਦੀ ਫਾਈਨਲ ਜਿਹੜੀ ਡਿਸੀਜਨ ਲਿਆ ਜਾਂਦਾ ਹੈ ਉਹ ਕੈਬਨਿਟ ਦੇ ਵਿੱਚ ਹੀ ਲਿਆ ਜਾਂਦਾ ਹੈ ਕਿ ਕਿਹੜੇ ਬੰਦੇ ਨੂੰ ਲਗਾਉਣਾ ਹੈ ਤੇ ਕਿਹਨੂੰ ਹਟਾਉਣਾ ਹੈ। ਐਂਡ ਡੀਲਸ ਵਿਦ ਆਲ ਫੋਰਨ ਪੋਲਿਸੀ, ਬਾਹਰਲੇ ਮੁਲਕਾਂ ਨਾਲ ਸਾਡੇ ਕਿੱਦਾਂ ਦੇ ਰਿਲੇਸ਼ਨ ਹੋਣੇ ਚਾਹੀਦੇ ਆ, ਕਿੱਦਾਂ ਦੀ ਫੋਰਨ ਪੋਲਿਸੀ ਹੋਣੀ ਚਾਹੀਦੀ ਹੈ, ਉਹਦੇ ਉੱਤੇ ਵੀ ਸਾਰੀ ਡੀਲ ਕੌਣ ਕਰਦੀ ਹੈ? ਕੈਬਨਿਟ ਕਰਦੀ ਆ। ਸੋ ਆਈ ਹੋਪ ਕਿ ਤੁਹਾਨੂੰ ਇੱਥੋਂ ਤੱਕ ਸਾਰਾ ਕਲੀਅਰ ਹੋ ਚੁੱਕਿਆ ਹੋਊਗਾ ਜਿੰਨਾ ਆਪਾਂ ਨੇ ਹੁਣ ਤੱਕ ਪੜ੍ਹਿਆ ਹੈ। ਸੋ ਇਹਦੇ ਵਿੱਚ ਵੀ ਨਾ ਕਾਉਂਸਿਲ ਆਫ ਮਿਨਿਸਟਰ ਤੇ ਕੈਬਨਿਟ, ਮੈਂ ਦੋਨਾਂ ਦੀ ਡਿਸਟਿੰਕਸ਼ਨ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇ। ਦੋਨਾਂ ਦੇ ਵਿੱਚ ਨਾ ਫਰਕ ਵੀ ਹੈਗਾ ਹੈ, ਠੀਕ ਹੈ। ਇਹ ਵੈਸੇ ਪਾਰਟ ਕਿਹਦਾ ਹੈ? COM ਦਾ। ਫਰਕ ਕੀ ਹੋ ਗਿਆ? ਉਹ 81 ਮੈਂਬਰਸ ਦੀ ਬਾਡੀ ਬਣ ਸਕਦੀ ਹੈ ਮੈਕਸਿਮਮ, ਇਹ ਛੋਟੀ ਬਾਡੀ ਹੈ, ਇਹਦੇ ਵਿੱਚ 10 ਤੋਂ 15 ਮੈਂਬਰ ਹੋਣਗੇ ਜ਼ਿਆਦਾ ਤੋਂ ਜ਼ਿਆਦਾ, ਤੇ ਸਾਰੇ ਕੀ ਹੈ? ਕਲੈਕਟਿਵਲੀ ਰਿਸਪੌਂਸਿਬਲ ਟੂ ਲੋਕ ਸਭਾ। ਇਹ ਇੱਕ ਇੰਪੋਰਟੈਂਟ ਪੁਆਇੰਟ ਹੈ। ਤੇ 15% ਦੀ ਲਿਮਿਟ ਤੋਂ ਜ਼ਿਆਦਾ ਬਰੀਚ ਨਹੀਂ ਹੋਣਾ ਚਾਹੀਦਾ। 15% ਦੀ ਲਿਮਿਟ ਹਮੇਸ਼ਾ ਯਾਦ ਰੱਖਿਓ। ਇਹ ਪਹਿਲਾਂ ਨਹੀਂ ਹੁੰਦਾ ਸੀਗਾ ਇਹ ਵਾਲਾ ਪੁਆਇੰਟ, ਇਹ 91st ਅਮੈਂਡਮੈਂਟ ਐਕਟ ਜਦੋਂ ਆਇਆ ਉਹਦੇ ਨਾਲ ਇਹ ਚੀਜ਼ ਅਸੀਂ ਐਡ ਕੀਤੀ ਹੈ ਸਾਡੇ ਸੰਵਿਧਾਨ ਦੇ ਵਿੱਚ ਕਿ ਕੀ ਹੈ, ਲੋਕ ਸਭਾ ਦੀ ਜਿਹੜੀ ਮੈਕਸਿਮਮ ਕੈਪੈਸਿਟੀ ਆ ਉਹ 15% ਦੇ ਉਸ ਦੇ 15% ਤੇ ਹੀ ਸਾਡੇ ਕਾਉਂਸਿਲ ਆਫ ਮਿਨਿਸਟਰ ਹੋਣੇ ਚਾਹੀਦੇ ਆ, ਉਸ ਤੋਂ ਜ਼ਿਆਦਾ ਨਹੀਂ ਹੋ ਸਕਦੇ। ਸੋ ਇਹ ਆਈ ਥਿੰਕ ਇੱਥੋਂ ਤੱਕ ਸਾਰਾ ਕਲੀਅਰ ਹੈ। ਕਾਉਂਸਿਲ ਆਫ ਮਿਨਿਸਟਰ ਦੇ ਵਿੱਚ ਜਿੰਨਾ ਵੀ ਇਹਦਾ ਪੋਰਸ਼ਨ ਸੀਗਾ ਆਪਾਂ ਇਹਦਾ ਪੜ੍ਹ ਚੁੱਕੇ ਹਾਂ। ਹੁਣ ਇੱਦਾਂ ਹੀ ਅਸੀਂ ਅੱਗੇ ਸੇਮ ਚੀਜ਼ ਕੀ ਹੁੰਦੀ ਹੈ, ਇਹ ਸੈਂਟਰਲ ਕਾਉਂਸਿਲ ਆਫ ਮਿਨਿਸਟਰ ਹੈ, ਸੈਂਟਰ ਦੀ ਜਿਹੜੀ ਸਰਕਾਰ ਹੁੰਦੀ ਹੈ ਉਹਦੇ COM ਹੈ। ਇੱਦਾਂ ਹੀ ਸਟੇਟ ਦੀ ਸਰਕਾਰ ਦੇ ਵਿੱਚ ਵੀ COM ਹੁੰਦਾ ਹੈ, ਸਟੇਟ ਕਾਉਂਸਿਲ ਆਫ ਮਿਨਿਸਟਰ। ਹੁਣ ਆਪਾਂ ਉਹਦੇ ਬਾਰੇ ਪੜ੍ਹਾਂਗੇ ਕਿ ਉਹਨਾਂ ਦਾ ਕੀ ਰੋਲ ਹੈ, ਉਹਨਾਂ ਦੀਆਂ ਕੀ ਪਾਵਰਾਂ ਹੈ। ਸੋ ਆਪਾਂ ਅੱਗੇ ਕਰਦੇ ਹਾਂ ਸ਼ੁਰੂ। ਸੋ ਹੁਣ ਅਸੀਂ ਸ਼ੁਰੂ ਕਰਦੇ ਹਾਂ ਅਗਲਾ ਪੋਰਸ਼ਨ ਸਟੇਟ ਕਾਉਂਸਿਲ ਆਫ ਮਿਨਿਸਟਰਸ ਦਾ। ਇਹਦੇ ਵਿੱਚ ਕੁਝ ਵੀ ਚੇਂਜ ਨਹੀਂ ਹੋਣਾ, ਥੋੜਾ ਮਾਈਨਰ ਚੇਂਜ ਆ ਦੋਨਾਂ ਦਾ, ਸਟੇਟ ਔਰ ਸੈਂਟਰ ਵਾਲਿਆਂ ਦਾ, ਉਹ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਬਾਕੀ ਤਾਂ ਮੈਂ ਕਰੈਕਸ਼ਨਸ ਕਰ ਦਿੱਤੀਆਂ। ਤੇ ਇੱਕ ਆਹ ਜਿਵੇਂ ਮੈਂ ਆਹ ਰੱਬ ਕਰਕੇ ਲਿਖਣ ਲੱਗਿਆ ਨਾ, ਬਸ ਇੰਨਾ ਕੀ ਚੇਂਜ ਕਰਨਾ ਹੈ, ਬਾਕੀ ਡੇਟਾ ਸਾਰਾ ਸੇਮ ਉਹੀ ਲਿਖਿਆ ਹੋਇਆ ਹੈ। ਜਿੱਥੇ ਜਿੱਥੇ ਲੋੜ ਪੈਣੀ ਆਪਾਂ ਨੇ ਸਿਰਫ ਸਟੇਟ ਕਰਨਾ ਹੈ। ਥੋੜੀਆਂ ਜਿਹੀਆਂ 2 ਜਾਂ 3 ਚੀਜ਼ਾਂ ਚੇਂਜ ਹੋਣੀਆਂ ਹੈ, ਉਹ ਮੈਂ ਤੁਹਾਨੂੰ ਹੁਣੇ ਐਕਸਪਲੇਨ ਕਰ ਦੂੰਗਾ। ਅਦਰਵਾਈਜ਼ ਬਾਕੀ ਸਾਰਾ ਕੁਝ ਕੰਮ ਕਿਵੇਂ ਕਰਨਾ ਹੈ, ਪਾਵਰਸ ਕਿੱਦਾਂ ਦੀਆਂ ਨੇ, ਉਹ ਸਾਰਾ ਕੁਝ ਸਟੇਟ ਕਾਉਂਸਿਲ ਆਫ ਮਿਨਿਸਟਰ ਦਾ ਸਿਮਿਲਰ ਹੈ ਟੂ ਦਾ ਸੈਂਟਰਲ ਕਾਉਂਸਿਲ ਆਫ ਮਿਨਿਸਟਰ ਦਾ,
ठीक है। ऑल मिनिस्टर्स एट स्टेट लैवल आर पार्ट ऑफ स्टेट COM। आप पहला की पढ़िया सीगा एट सेंटर लैवल आर पार्ट ऑफ COM, हुण अपना की पढ़िया स्टेट लैवल के जिन्ने भी मिनिस्टर वो सारे किहदा हिस्सा है COM का। तो आर्टिकल उत्थे किहड़ा डील किया सीगा 74 ते 75, इत्थे आर्टिकल 163 ते 164, सिर्फ यही, बाकी सब कुछ सेम है। 163 डील करता है स्टेटस नाल, 164 डील करता है अपॉइंटमेंट, टेन्योर, रिस्पॉन्सिबिलिटी, क्वालिफिकेशन, ओथ एटसैट्रा। 163 कहता है देयर शैल बी काउंसिल ऑफ मिनिस्टर हैडेड बाय चीफ मिनिस्टर टू एड एंड एडवाइस गवर्नर। पहला की सीगा इत्थे PM लिखिया होया सीगा, इत्थे आर्टिकल 75 सीगा ते 74 सीगा, ते इत्थे की सीगा प्रेजिडेंट। हुण बस यही चीज़ां चेंज कीतियां है, सेंटर वाले जिहड़े पावर स्टेट वाले दियां जिहड़ियां प्रोविजनस आ उन्हां नूं ऐड करता। आर्टिकल 163 सेज देयर शैल बी COM हैडेड बाय CM टू एड एंड एडवाइस गवर्नर। 164 दा सेम की कहंदा है, इत्थे आपां ने की कीता आर्टिकल 164 सेज CM शैल बी अपॉइंटेड बाय गवर्नर, ठीक है, एंड अदर मिनिस्टर्स टू बी अपॉइंटेड बाय गवर्नर ऑन एडवाइस ऑफ CM। देखो सारे च भी मैं इदा ही चेंज किया जिदा इस लाइन दे विच कीता है कि जिथे PM सीगा CM करता, प्रेजिडेंट नूं गवर्नर करता, आर्टिकल नंबर चेंज करता, तो बाकी सब कुछ सेम रह रहा है। सो थानू इस दे विच कोई कन्फ्यूजन नहीं होनी चाहिए, पावरां सेम ने। तुसीं स्टेट काउंसिल ऑफ मिनिस्टर पढ़ लो तो भी तुहाडा सेंटर वाला प्रिपेयर हो जाना, सेंटर वाला पढ़ लो तो स्टेट वाला नाल प्रिपेयर हो जाना। सो नैक्सट थिंग ते आ जाओ, इत्थे आपां एक चीज़ जिहड़ी नवीं आ जानी आ वो डिस्कस करते हैं। ਆਪਾਂ ने पढ़िया सीगा सेंटर वालियां दे विच कि 15% तो ज़्यादा मिनिस्टर नहीं बन सकते, लोक सभा की 15% स्ट्रेंथ तो ज़्यादा, ठीक है। 81 आया सीगा उत्थे। हुण इत्थे की आ, हरेक स्टेट दी अपनी अपनी की होंदियां अलग अलग नंबर ऑफ सीट्स होंदियां है। MLA जिद्दां पंजाब दे किन्ने आ 117 है, यूपी दे किन्ने आ 400 प्लस आ उन्हां दे। सो हरेक स्टेट दे की आ अलग अलग नंबर ऑफ MLAs होंदे आ। इत्थे प्रोविजन उही रहना है कि 15% तो ज़्यादा नहीं कर सकते, पर एक चीज़ नाल आ गई, वो कहंदे कि तुसीं की करना है, मिनिस्टरां दी जिहड़ी वैल्यू आ वो 12 तो घੱਟ नहीं होनी चाहिए, मिनीमम 12 रखते, ठीक है। हुण जिद्दां मान लो मैं तुहानूं कहना कि दिल्ली दे विच किन्नियां सीट्स हैं, 70 सीट्स है दिल्ली दियां, ठीक है। उन्हां दा 15% किन्ना हुंदा है, उन्हां दा 15% हुंदा है 11, ठीक है। 11 हो गया उन्हां दा 15%, क्योंकि तुसीं लभ लो 10% 7 हो गया, तो ऑलमोस्ट 10.5 के नेड़े आ गया। चलो मैं 11 लैके चलदा, उन्होंने 11 ने तो कि उन्होंने 11 ही रखने पैने। इन्होंने एक मिनीमम लिमिट सैट करती कि 12 तो घੱਟ नहीं होने चाहिए, क्योंकि मिनिस्ट्रियां फिर उस हिसाब नाल ही बननियां है, ठीक है। दे हुण मान लो दिल्ली छोटा है, ठीक है, उन्होंने दी सीटां घੱਟ है, पर उत्थे मिनिस्ट्रियां तो सारियां उही ने ना जो यूपी दे विच होणगियां, उही हैल्थ दी, उही एजुकेशन दी, ते उही वाटर दी, सारियां जिन्नियां भी मिनिस्ट्रियां पॉसीबल ने वो तो दिल्ली च भी होणगियां। फिर 11 बंदियां दा काम करना औखा नहीं हो जूगा, तो एक असीं मिनीमम नंबर सैट कर लिया कि 12। सपोज करो 50 मिनिस्ट्रियां है, तो 12 के हिसाब नाल भी कल्ले कल्ले नूं मिनीमम 4 तो आ ही रही है, ठीक है। सो एक बंदा 4-4 मिनिस्ट्रियां हैंडल कर रहा है। तो यूपी दे विच की है, यूपी दे विच तां है ही 400 सीटां है। 400 सीटां के हिसाब नाल उन्हां दा जिहड़ा काउंसिल ऑफ मिनिस्टर है वो अराउंड 55 दे बनदी है उन्हां दी, ठीक है। तो 55 मैंबरस तां 100 मिनिस्ट्रियां 50 मिनिस्ट्रियां आराम नाल साम लैणगे, एक भी लैणगे जे। सो ये लिए असी की किया होया, एक मिनीमम नंबर भी सैट किया होया है कि 12 इस तो घੱਟ नहीं हो सकते मिनिस्टर, घट्टो घੱਟ 12 मिनिस्टर होने चाहिए हैं, सो दैट काम की जी करने की एफिशिएंसी है वो बनी रहे, एक बंदे को ज़्यादा मिनिस्ट्रीज ना जा सकन। सो बाकी आई थिंक होर बाकी सब कुछ सेम है। जे हुण स्टेट काउंसिल ऑफ मिनिस्टर्स की असीं गल करते हैं तो किनूं रिस्पोंसिबल होंगे, स्टेट की विधान सभा नूं, ना कि जिवें सेंटर वाले किनूं सीगे लोक सभा नूं, ऐदां ही स्टेट की विधान सभा है जिहड़ी स्टेट लैजिसलेटिव असैंबली, उहनूं COM की की है कलैक्टिव रिस्पोंसिबिलिटी। दैन उस तो बाद ओथ कौन एडमिनिस्टर करता है, गवर्नर। टाइप ऑफ मिनिस्टर सेम है, उही कैबिनेट मिनिस्टर, मिनिस्टर ऑफ स्टेट, डेप्यूटी मिनिस्टर। आ तीनों कॉन्सैप्ट सेम अप्लाई होंगे आ, कलैक्टिव रिस्पोंसिबिलिटी, इंडिविजुअल रिस्पोंसिबिलिटी, नो लीगल रिस्पोंसिबिलिटी। सो ये कोई चेंज नहीं है, ऑलरेडी डिस्कस हो गया। कैबिनेट भी सेम है एग्जैक्टली, जो इत्थे कैबिनेट है वही उत्थे है, पर एक चीज़ इत्थे चेंज करांगे आपां, एडवाइजरी बॉडी टू गवर्नर, प्रेजिडेंट की जगह, ठीक है। तो एक चीज़ होर, अपॉइंट्स ऑल मेजर पोस्ट, ठीक है। तो आ चीज़ है जी डील्स विद ऑल फॉरेन पॉलिसी, की स्टेट की काउंसिल ऑफ मिनिस्टर फॉरेन पॉलिसी नाल डील करते हैं?
ਨਹੀਂ, ਫੋਰਨ ਪਾਲਿਸੀ ਦਾ ਤਾਂ ਜਿਹੜਾ ਚੈਪਟਰ ਹੈ, ਜਿਹੜਾ ਪਾਵਰ ਹੈ, ਉਹ ਤਾਂ ਹੈ ਹੀ ਸੈਂਟਰ ਦੇ ਕੋਲ ਆ। ਸੋ ਇਹ ਚੀਜ਼ ਆਪਣੇ ਸਟੇਟ ਵਾਲੇ COM ਨਹੀਂ ਕਰਦਾ, ਕੈਬਨਿਟ ਨਹੀਂ ਕਰਦੀ, ਇਹ ਚੀਜ਼ ਆਪਣੀ ਸੈਂਟਰ ਵਾਲੇ ਕਰਦੇ ਨੇ। ਸੋ ਬਾਕੀ ਸਭ ਕੁਝ ਸੇਮ ਹੈ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਟੌਪਿਕ ਹੈ ਜਿਹੜਾ ਇਹ ਕਲੀਅਰ ਹੋ ਗਿਆ ਹੋਊਗਾ, ਸਟੇਟ ਕਾਉਂਸਲ ਆਫ ਮਿਨਿਸਟਰ, ਸੈਂਟਰਲ ਕਾਉਂਸਲ ਆਫ ਮਿਨਿਸਟਰ। ਸੋ ਇਹ ਸੀਗਾ ਕੰਪਲੀਟ ਪੋਰਸ਼ਨ। ਆਈ ਹੋਪ ਕਿ ਤੁਹਾਨੂੰ ਇੰਟਰਸਟਿੰਗ ਲੱਗਿਆ ਹੋਊਗਾ ਪੜ੍ਹਨੇ 'ਚ ਵੀ। ਮੈਂ ਉਮੀਦ ਕਰਦਾ ਕਿ ਮੇਰੇ ਪੜ੍ਹਾਉਣ ਦਾ ਤਰੀਕਾ ਤੁਹਾਨੂੰ ਸਹੀ ਲੱਗ ਰਿਹਾ ਹੈ। ਸੋ ਜੇ ਤੁਹਾਨੂੰ ਸਹੀ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਕਿਆ ਵਿਊਜ਼ ਨੇ, ਕੀ ਇਹਦੇ ਵਿੱਚ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ। ਇਹ ਸਭ ਕੁਝ ਜੇ ਤੁਸੀਂ ਦੱਸੋਗੇ ਤਾਂ ਮੈਂ ਜ਼ਰੂਰ ਟਰਾਈ ਕਰੂੰਗਾ ਇੰਪਰੂਵ ਕਰਨੇ ਦੀ। ਸੋ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਹਾਂ। ਗੁੱਡ ਬਾਏ।